ਪਿਆਰੇ ਵਿਦਿਆਰਥੀਓ, ਅੱਜ ਅਸੀਂ BA ਭਾਗ ਦੂਜਾ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਸ਼ਾਮਿਲ ਕਵੀਆਂ ਦੀਆਂ ਕਵਿਤਾਵਾਂ ਦੀ ਪ੍ਰਸੰਗ ਸਹਿਤ ਵਿਆਖਿਆ ਸ਼ੁਰੂ ਕਰਨ ਜਾ ਰਹੇ ਹਾਂ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਕਵੀ ਜੋ ਹਨ ਉਹ ਹਨ ਸਾਈਂ ਬੁੱਲੇ ਸ਼ਾਹ, ਜੋ ਕਿ ਸੂਫੀ ਸਾਹਿਤ ਦੇ ਸਿਰਮੌਰ ਸ਼ਾਇਰ ਹਨ। ਸਾਈਂ ਬੁੱਲੇ ਸ਼ਾਹ ਦੀ ਪਹਿਲੀ ਕਾਫੀ ਜੋ ਹੈ ਮਾਟੀ ਕੁਦਮ ਕਰੀਂਦੀ ਯਾਰ ਸਿਰਲੇਖ ਹੇਠ ਦਰਜ ਹੈ। ਇਸ ਕਾਫੀ ਦੇ ਵਿੱਚ ਬੁੱਲੇ ਸ਼ਾਹ ਨੇ ਮਨੁੱਖੀ ਮਨ ਨੂੰ ਸੰਬੋਧਿਤ ਕਰਦਿਆਂ ਹੋਇਆਂ ਸੰਸਾਰਿਕ ਨਾਸ਼ਮਾਨਤਾ ਦੇ ਹਵਾਲੇ ਦੇ ਨਾਲ ਪ੍ਰੇਰਿਤ ਕਰਨ ਦੀ, ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਈਂ ਬੁੱਲੇ ਸ਼ਾਹ ਇਸ ਕਾਫੀ ਦੇ ਹਵਾਲੇ ਦੇ ਨਾਲ ਸਵੈ ਨੂੰ ਸੰਬੋਧਿਤ ਹੁੰਦੇ ਹੋਏ, ਮਨੁੱਖ ਨੂੰ ਸੰਬੋਧਿਤ ਹੁੰਦੇ ਹੋਏ ਕਹਿ ਰਹੇ ਹਨ ਕਿ ਮਾਟੀ ਕੁਦਮ ਕਰੇਂਦੀ ਯਾਰ, ਭਾਵ ਇਸ ਸੰਸਾਰ ਵਿੱਚ ਆਗਮਨ ਕਰਨ ਤੋਂ ਬਾਅਦ ਮਨੁੱਖ ਜੋ ਹੈ ਇਸ ਨਾਸ਼ਵੰਤ ਸੰਸਾਰ ਦੇ ਵਿੱਚ ਨੱਚਦਾ ਕੁੱਦਦਾ, ਖੁਸ਼ੀਆਂ ਖੇੜੇ ਰੰਗ ਤਮਾਸ਼ੇ ਮਾਣਦਾ ਫਿਰਦਾ ਹੈ। ਮਾਟੀ ਕੁਦਮ ਕਰੇਂਦੀ ਯਾਰ, ਕਵੀ ਇੱਕ ਤਰ੍ਹਾਂ ਦੇ ਨਾਲ ਸਟਾਇਰ ਕਰ ਰਿਹਾ ਹੈ, ਵਿਅੰਗ ਕਰ ਰਿਹਾ ਹੈ ਕਿ ਦੇਖੋ ਕਮਾਲ ਦੀ ਗੱਲ ਹੈ, ਇਸ ਨਾਸ਼ਵਾਨ ਸੰਸਾਰ ਦੇ ਵਿੱਚ ਆਗਮਨ ਕਰਨ ਤੋਂ ਬਾਅਦ ਨਾਸ਼ਵਾਨ ਮਨੁੱਖ ਜੋ ਹੈ ਕਿਸ ਤਰ੍ਹਾਂ ਖੁਸ਼ੀਆਂ ਖੇੜਿਆਂ ਦੇ ਵਿੱਚ ਰੁੱਝਿਆ ਹੋਇਆ ਹੈ। ਵਾਹ ਵਾਹ ਮਾਟੀ ਦੀ ਗੁਲਜ਼ਾਰ, ਕਿਉਂਕਿ ਇਹ ਮਿੱਟੀ ਦਾ ਬਣਿਆ ਹੋਇਆ ਸੰਸਾਰ, ਭਾਵ ਨਾਸ਼ਵਾਨ ਸੰਸਾਰ ਦੇ ਖੇੜੇ, ਖੁਸ਼ੀਆਂ, ਬਾਗ ਬਗੀਚਾ ਜੋ ਹੈ, ਸੰਸਾਰ ਰੂਪੀ ਫੁੱਲਵਾੜੀ ਜੋ ਹੈ, ਮਨੁੱਖ ਨੂੰ ਇੰਨਾ ਮੋਹ ਲੈਂਦੀ ਹੈ, ਇੰਨਾ ਆਪਣੇ ਵੱਲ ਖਿੱਚ ਲੈਂਦੀ ਹੈ, ਆਕਰਸ਼ਿਤ ਕਰ ਲੈਂਦੀ ਹੈ ਕਿ ਉਸ ਦੇ ਵਿੱਚ ਖੁੱਭ ਕੇ ਮਨੁੱਖ ਆਪਣੇ ਅਸਲੀ ਮਨੋਰਥ ਨੂੰ, ਸ਼ੁਭ ਕਰਮ ਕਰਨ ਦੀ ਭਾਵਨਾ ਜੋ ਉਸ ਦੇ ਅੰਦਰ ਆਉਣੀ ਚਾਹੀਦੀ ਹੈ, ਉਸ ਨੂੰ ਭੁੱਲ ਜਾਂਦਾ ਹੈ। ਮਾਟੀ ਘੋੜਾ, ਮਾਟੀ ਜੋੜਾ, ਮਾਟੀ ਦਾ ਅਸਵਾਰ। ਵਿਸ਼ੇ ਵਿਕਾਰਾਂ ਦੇ ਵਿੱਚ ਗੁਆਚਿਆ ਹੋਇਆ ਮਨੁੱਖ, ਸੰਸਾਰਿਕ ਸੁਵਿਧਾਵਾਂ ਨੂੰ ਭੋਗਦਾ ਹੋਇਆ ਮਨੁੱਖ ਜੋ ਹੈ ਮਾਟੀ ਘੋੜਾ, ਯਾਨੀ ਕਿ ਜਿਸ ਮਨੁੱਖ ਦੇ ਕੋਲ ਧਨ ਦੌਲਤ ਦੀ ਬਹੁਤਾਤ ਹੈ, ਉਸ ਦੇ ਕੋਲ ਬਹੁਤ ਸਾਰੀਆਂ ਜੋ ਹਨ ਸੁੱਖ ਸੁਵਿਧਾਵਾਂ ਹਨ, ਭਾਵ ਘੋੜਾ ਹੈ, ਗੱਡੀਆਂ ਹਨ, ਉਹਨਾਂ ਗੱਡੀਆਂ ਘੋੜਿਆਂ 'ਤੇ ਚੜ੍ਹਿਆ ਹੋਇਆ ਮਨੁੱਖ ਆਪਣੇ ਆਪ ਨੂੰ ਬੜਾ ਦੌਲਤਮੰਦ ਸਮਝਦਾ ਹੈ, ਬੜਾ ਹੰਕਾਰ ਦੇ ਵਿੱਚ ਗ੍ਰਸ ਜਾਂਦਾ ਹੈ, ਪਰ ਇਸ ਗੱਲ ਨੂੰ ਭੁੱਲ ਜਾਂਦਾ ਹੈ ਕਿ ਇਹ ਦੌਲਤ, ਇਹ ਸੰਸਾਰ ਜੋ ਕਿ ਨਾਸ਼ਵਾਨ ਹੈ, ਤਾਂ ਫਿਰ ਇਸ ਦੌਲਤ ਦੁਆਰਾ ਪ੍ਰਾਪਤ ਕੀਤੀਆਂ ਹੋਈਆਂ ਸੁਵਿਧਾਵਾਂ ਜਿਹੜੀਆਂ ਨੇ ਇਹ ਕਦੇ ਵੀ ਅਮਰ ਨਹੀਂ ਹੋ ਸਕਦੀਆਂ। ਇਸ ਲਈ ਜਿਸ ਦੌਲਤ ਦੇ ਸਿਰ 'ਤੇ ਉਹ ਮਾਣ ਕਰ ਰਿਹਾ ਹੁੰਦਾ ਹੈ ਉਹ ਵੀ ਨਾਸ਼ਵਾਨ ਹੈ। ਮਾਟੀ ਜੋੜਾ, ਜੋ ਉਸਨੇ ਆਪਣੇ ਐਸ਼ੋ ਆਰਾਮ ਦੇ ਲਈ, ਆਪਣੇ ਸਰੀਰ ਨੂੰ ਸ਼ਿੰਗਾਰਨ ਦੇ ਲਈ ਵਸਤਰ ਧਾਰਨ ਕੀਤੇ ਹੋਏ ਹਨ, ਉਹ ਵੀ ਨਾਸ਼ਵਾਨ ਹਨ। ਮਾਟੀ ਦਾ ਅਸਵਾਰ, ਅਤੇ ਉਹ ਖੁਦ ਹੀ ਇੱਥੋਂ ਤੱਕ ਕਿ ਕਵੀ ਕਹਿ ਰਿਹਾ ਕਿ ਇਸ ਸੰਸਾਰ ਰੂਪੀ ਘੋੜੇ ਦੇ ਉੱਪਰ, ਮਨ ਰੂਪੀ ਘੋੜੇ ਦਾ ਗੁਲਾਮ ਬਣਿਆ ਹੋਇਆ ਮਨੁੱਖ ਜੋ ਹੈ, ਜਦੋਂ ਆਪ ਹੀ ਨਾਸ਼ਵਾਨ ਹੈ ਅਤੇ ਉਸ ਦੀਆਂ ਪ੍ਰਾਪਤੀਆਂ ਕਿਵੇਂ ਚਿਰਸਥਾਈ ਹੋ ਸਕਦੀਆਂ ਹਨ। ਮਾਟੀ ਮਾਟੀ ਨੂੰ ਦੌੜਾਵੇ, ਕਵੀ ਕਹਿ ਰਹੇ ਹਨ ਕਿ ਅਸਲ ਵਿੱਚ ਇਸ ਦੇ ਵਿੱਚ ਮਨੁੱਖ ਦਾ ਕੋਈ ਕਸੂਰ ਨਹੀਂ ਹੈ। ਮਾਟੀ ਭਾਵ ਦੌਲਤ ਹੀ ਮਨੁੱਖ ਨੂੰ ਮੋਹ ਕੇ, ਉਸ ਨੂੰ ਆਪਣੇ ਵੱਲ ਖਿੱਚ ਕੇ ਇੰਨਾ ਜ਼ਿਆਦਾ ਜੋ ਹੈ ਪ੍ਰਭਾਵਿਤ ਕਰ ਦਿੰਦੀ ਹੈ ਕਿ ਉਸ ਦੌਲਤ ਨੂੰ ਪ੍ਰਾਪਤ ਕਰਨ ਦੇ ਲਈ ਉਹ ਇਸ ਸੰਸਾਰ ਦੇ ਵਿੱਚ ਉਸ ਦਾ ਮਨ ਜੋ ਹੈ ਟਿਕਦਾ ਨਹੀਂ ਹੈ। ਹਰ ਪਲ, ਹਰ ਹੀਲੇ ਅੱਗੇ ਵਧਣ ਦੀ, ਦੂਸਰਿਆਂ ਦੇ ਨਾਲੋਂ ਅੱਗੇ ਵਧਣ ਦੀ ਦੌੜ ਦੇ ਵਿੱਚ ਉਹ ਗ੍ਰਸਿਆ ਹੋਇਆ ਆਪਣੇ ਅਸਲੀ ਮਕਸਦ ਨੂੰ ਭੁੱਲ ਜਾਂਦਾ ਹੈ। ਮਾਟੀ ਦਾ ਖੜਕਾਰ, ਭਾਵ ਉਹ ਜੋ ਰੌਲਾ ਰੱਪਾ ਪਾਉਂਦਾ ਹੈ ਇਸ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ, ਦੌਲਤ ਨੂੰ ਪ੍ਰਾਪਤ ਕਰਨ ਦੇ ਲਈ ਲੜਦਾ ਹੈ, ਝਗੜਦਾ ਹੈ, ਕਿਸ ਦੇ ਲਈ? ਜੋ ਕਿ ਸਭ ਨਾਸ਼ਵਾਨ ਹੈ, ਵਿਅਰਥ ਹੈ, ਪਰ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ। ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ। ਸਾਈਂ ਬੁੱਲੇ ਸ਼ਾਹ ਕਹਿ ਰਹੇ ਨੇ ਕਿ ਦੇਖੋ ਕਿੰਨੀ ਹਾਸੋਹੀਣੀ ਸਥਿਤੀ ਹੈ ਕਿ ਨਾਸ਼ਵਾਨ ਮਨੁੱਖ ਜੋ ਹੈ ਉਹ ਨਾਸ਼ਵਾਨ ਮਨੁੱਖ ਨਾਸ਼ਵਾਨ ਹਥਿਆਰਾਂ ਦੇ ਨਾਲ ਦੂਸਰੇ ਮਨੁੱਖਾਂ ਦੇ ਉੱਪਰ ਹਮਲਾ ਕਰਦਾ ਹੈ। ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ। ਜਦੋਂ ਮਨੁੱਖ ਹੀ ਸੰਸਾਰ ਹੀ ਨਾਸ਼ਵਾਨ ਹੈ, ਇਸ ਵਿਚਲਾ ਮਨੁੱਖ ਹੀ ਨਾਸ਼ਵਾਨ ਹੈ, ਤਾਂ ਫਿਰ ਮਨੁੱਖ ਦੀਆਂ ਜਿਹੜੀਆਂ ਉਪਲਬਧੀਆਂ ਨੇ ਉਹ ਵੀ ਤਾਂ
ਚਿਰਸਥਾਈ ਨਹੀਂ ਹੋ ਸਕਦੀਆਂ, ਉਹ ਵੀ ਨਾਸ਼ਵਾਨ ਹਨ, ਪਰ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ। ਇਸ ਦੇ ਨਾਸ਼ਵਾਨ ਹੋਣ ਦੇ ਬਾਵਜੂਦ ਵੀ ਉਹ ਹਥਿਆਰਾਂ ਦੇ ਨਾਲ ਦੂਸਰਿਆਂ ਨੂੰ ਨੀਵਾਂ ਦਿਖਾਉਣ ਦੀ ਅਤੇ ਆਪਣੇ ਆਪ ਨੂੰ ਜੋ ਹੈ ਸਮਰੱਥ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਿਸ ਮਾਟੀ ਪਰ ਬਹੁਤੀ ਮਾਟੀ ਤਿਸ ਮਾਟੀ ਅਹੰਕਾਰ। ਸਾਈਂ ਬੁੱਲੇ ਸ਼ਾਹ ਕਹਿ ਰਹੇ ਨੇ ਕਿ ਜਿਸ ਮਿੱਟੀ ਰੂਪੀ ਜੀਵ ਦੇ ਕੋਲ ਦੌਲਤ ਰੂਪੀ ਮਿੱਟੀ ਜੋ ਹੈ ਜ਼ਿਆਦਾ ਹੁੰਦੀ ਹੈ, ਤਿਸ ਮਾਟੀ ਅਹੰਕਾਰ। ਉਸ ਮਨੁੱਖ ਦੇ ਮਨ ਦੇ ਵਿੱਚ ਜੋ ਹੈ ਦੌਲਤ ਦਾ ਇੰਨਾ ਹੰਕਾਰ ਆ ਜਾਂਦਾ ਹੈ ਕਿ ਉਹ ਦੂਸਰਿਆਂ ਨੂੰ ਕੌਡੀ ਦੇ ਬਰਾਬਰ ਸਮਝਦਾ ਹੈ। ਉਹ ਭੁੱਲ ਜਾਂਦਾ ਹੈ ਕਿ ਮਾਟੀ ਬਾਗ ਬਗੀਚਾ ਮਾਟੀ, ਮਾਟੀ ਦੀ ਗੁਲਜ਼ਾਰ। ਵਿਸ਼ੇ ਵਿਕਾਰਾਂ ਦੇ ਵਿੱਚ ਗ੍ਰਸਿਆ ਹੋਇਆ ਮਨੁੱਖ, ਦੌਲਤਮੰਦ ਮਨੁੱਖ ਜੋ ਹੈ ਇਸ ਗੱਲ ਨੂੰ ਭੁੱਲ ਹੀ ਜਾਂਦਾ ਹੈ ਕਿ ਇਹ ਜੋ ਦੌਲਤ ਦੇ ਅੰਬਾਰ ਇਕੱਠੇ ਕਰ ਰਿਹਾ ਹੈ, ਇਹ ਜੋ ਸੰਸਾਧਨ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਜੋ ਹੈ ਹੋਰ ਵੀ ਜ਼ਿਆਦਾ ਅਮੀਰ ਬਣਾਉਣ ਦੇ ਲਈ ਦੌਲਤ ਦੇ ਸਾਧਨ ਇਕੱਠੇ ਕਰ ਰਿਹਾ ਹੈ, ਉਹ ਸਾਰੇ ਇੱਕ ਦਿਨ ਮਿੱਟੀ ਦੇ ਵਿੱਚ ਮਿਲ ਜਾਣੇ ਹਨ। ਕਿਉਂਕਿ ਨਾਸ਼ਵਾਨ ਸੰਸਾਰ ਦੀ ਹਰ ਚੀਜ਼ ਨਾਸ਼ਵਾਨ ਹੈ। ਮਾਟੀ ਮਾਟੀ ਨੂੰ ਦੇਖਣ ਆਈ, ਮਾਟੀ ਦੀ ਬਹਾਰ। ਫਿਰ ਕਵੀ ਵਿਅੰਗ ਕਰ ਰਿਹਾ ਹੈ ਕਿ ਦੇਖੋ ਕਿੰਨੀ ਹਾਸੋਹੀਣੀ ਸਥਿਤੀ ਹੈ। ਮਾਟੀ ਮਾਟੀ ਨੂੰ ਦੇਖਣ ਆਈ, ਯਾਨੀ ਕਿ ਮਨੁੱਖ ਰੂਪੀ ਮਿੱਟੀ ਸੰਸਾਰ, ਨਾਸ਼ਵਾਨ ਸੰਸਾਰ ਨੂੰ ਦੇਖਣ ਵਾਸਤੇ ਆਉਂਦਾ ਹੈ, ਜਿਸ ਦੇ ਵਿੱਚ ਮਾਟੀ ਦੀ ਬਹਾਰ ਭਾਵ ਝੂਠੀਆਂ ਬਹਾਰਾਂ, ਖੁਸ਼ੀਆਂ ਖੇੜੇ ਛਾਏ ਹੋਏ ਹਨ। ਹੱਸ ਖੇਡ ਫਿਰ ਮਾਟੀ ਹੋਵੇ ਪੈਂਦੀ ਪਾਓ ਪਸਾਰ। ਇਸ ਸੰਸਾਰਿਕ ਵਿਸ਼ੇ ਵਿਕਾਰਾਂ ਨੂੰ ਭੋਗਦਾ ਹੋਇਆ, ਦੌਲਤ ਨੂੰ ਭੋਗਦਾ ਹੋਇਆ, ਖੁਸ਼ੀਆਂ ਖੇੜੇ ਮਾਣਦਾ ਹੋਇਆ ਮਨੁੱਖ ਅਸਲ ਵਿੱਚ ਇਹ ਗੱਲ ਭੁੱਲ ਹੀ ਜਾਂਦਾ ਹੈ ਕਿ ਇੱਕ ਦਿਨ ਉਸਨੇ ਇਸ ਦੁਨੀਆ ਤੋਂ ਰੁਖਸਤ ਕਰ ਜਾਣਾ ਹੈ ਔਰ ਉਸ ਦੁਆਰਾ ਲਗਾਏ ਹੋਏ ਦੌਲਤ ਦੇ ਅੰਬਾਰ ਜੋ ਨੇ ਉਹ ਮਿੱਟੀ ਦੇ ਵਿੱਚ ਹੀ ਮਿਲ ਜਾਣੇ ਹਨ, ਭਾਵ ਉਸਦੇ ਕਿਸੇ ਕੰਮ ਨਹੀਂ ਆਉਣੇ, ਇਸ ਸੰਸਾਰ ਦੇ ਵਿੱਚ ਹੀ ਰਹਿ ਜਾਣੇ ਹਨ। ਔਰ ਇੱਕ ਦਿਨ ਉਸਦਾ ਸਰੀਰ ਜੋ ਹੈ ਉਹ ਖੁਦ ਪੈਂਦੀ ਪਾਉ ਪਸਾਰ, ਉਹ ਖੁਦ ਜੋ ਹੈ ਮਿੱਟੀ, ਜਦੋਂ ਉਸਦੀ ਜੋ ਹੈ ਰੂਹ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਹੈ ਅਤੇ ਉਸਦਾ ਸਰੀਰ ਮਿੱਟੀ ਦੀ ਢੇਰੀ ਬਣ ਕੇ ਅੰਤ ਨੂੰ ਇਸ ਮਿੱਟੀ ਰੂਪੀ ਸੰਸਾਰ ਦੇ ਵਿੱਚ ਹੀ ਮਿਲ ਜਾਂਦਾ ਹੈ। ਬੁੱਲਾ ਸ਼ਾਹ ਬੁਝਾਰਤ ਬੁੱਝੇ, ਲਾਹੇ ਸਿਰੋਂ ਪੋਏ ਭਾਰ। ਸਾਈਂ ਬੁੱਲੇ ਸ਼ਾਹ ਕਹਿ ਰਹੇ ਨੇ ਕਿ ਜਿਹੜਾ ਇਨਸਾਨ ਇਸ ਬੁਝਾਰਤ ਨੂੰ, ਇਸ ਰਹੱਸ ਨੂੰ ਸਮਝ ਲੈਂਦਾ ਹੈ, ਜਿਸ ਨੂੰ ਗਿਆਨ ਹੋ ਜਾਂਦਾ ਹੈ ਕਿ ਇਸ ਸੰਸਾਰ ਦੇ ਵਿੱਚ ਜੋ ਮਨੁੱਖ ਦੀ ਹੋਂਦ ਥੋੜ੍ਹ ਚਿਰੀ ਹੈ, ਚਿਰਜੀਵੀ ਨਹੀਂ ਹੈ, ਜਿਸ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ, ਉਸ ਦਾ ਮਨ ਜੋ ਹੈ ਉਹ ਵਿਸ਼ੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਅਤੇ ਜਦੋਂ ਇਨਸਾਨ ਵਿਸ਼ੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ, ਉਹ ਹੌਲਾ ਫੁੱਲ ਹੋ ਜਾਂਦਾ ਹੈ। ਉਹ ਧਰਤੀ ਦੇ ਉੱਪਰ ਭਾਰ ਨਹੀਂ ਬਣ ਕੇ ਰਹਿ ਜਾਂਦਾ, ਬਲਕਿ ਧਰਤੀ ਦਾ ਇੱਕ ਸ਼ਿੰਗਾਰ ਹੋ ਜਾਂਦਾ ਹੈ। ਜਿਸ ਗੱਲ ਇਨਸਾਨ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ, ਉਸ ਇਨਸਾਨ ਦਾ ਇਸ ਸੰਸਾਰ 'ਤੇ ਆਗਮਨ ਜੋ ਹੈ ਉਹ ਸੁਹਾਵਾ ਹੋ ਜਾਂਦਾ ਹੈ। ਧੰਨਵਾਦ।